Hello viewers, welcome to my channel. I am your educator Akashdeep Kaur Brad. Today we will analyze the prose work The Teacher by Rabindranath Tagore. The renowned poet, short story writer, playwright, song composer, essayist and painter, Rabindranath Tagore is regarded as the outstanding creative artist of the 20th century. ਕਿੰਨੀਆਂ ਸਾਰੀਆਂ ਮਤਲਬ ਉਹਦੇ ਵਿੱਚ ਕੁਆਲਿਟੀਜ਼ ਸੀਗੀਆਂ, ਕਿੰਨੇ ਸਾਰੇ ਟੈਲੈਂਟ ਸੀਗੇ। ਰਵਿੰਦਰਨਾਥ ਟੈਗੋਰ ਇੱਕ ਪੋਇਟ ਵੀ ਸੀ, ਸ਼ਾਰਟ ਸਟੋਰੀ ਰਾਈਟਰ ਵੀ ਸੀ, ਡਰਾਮਾਸ ਵੀ, ਪਲੇਜ਼ ਵੀ ਲਿਖੇ ਉਹਨਾਂ ਨੇ, ਸੌਂਗਸ ਵੀ ਕੰਪੋਜ਼ ਕੀਤੇ। ਹੀ ਵਾਜ਼ ਐਨ ਐਸੀਅਸਟ ਆਲਸੋ, ਤੇ ਇੱਕ ਪੇਂਟਰ ਵੀ ਸੀ। In 1913, he became the first non-European and the first Indian to receive the Nobel Prize for Literature. 1913 ਵਿੱਚ ਰਵਿੰਦਰਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਲਿਟਰੇਚਰ ਵਾਸਤੇ, ਤੇ ਇਹ ਫਰਸਟ ਨਾਨ ਯੂਰਪੀਅਨ ਸੀਗੇ। ਇਸ ਤੋਂ ਪਹਿਲਾਂ ਜਿੰਨੇ ਮਤਲਬ ਨੋਬਲ ਪ੍ਰਾਈਜ਼ ਮਿਲੇ ਸੀ ਉਹ ਸਾਰੇ ਯੂਰਪੀਅਨਸ ਨੂੰ ਮਿਲੇ ਸੀਗੇ। ਇਹ ਫਰਸਟ ਇੰਡੀਅਨ ਸੀਗਾ, ਤੇ ਫਰਸਟ ਮਤਲਬ ਆਪਾਂ ਕਹਿ ਸਕਦੇ ਹਾਂ ਦੈਟ ਹੀ ਵਾਜ਼ ਦ ਫਰਸਟ ਨਾਨ ਯੂਰਪੀਅਨ ਜਿਹਨੂੰ ਇਹ ਪ੍ਰਾਈਜ਼ ਮਿਲਿਆ ਸੀ। The national anthems of both India and Bangladesh were composed by Tagore. In 1901, Tagore founded an experimental school in West Bengal at Shanti Niketan. ਉਹਨਾਂ ਨੇ ਸਕੂਲ ਬਣਾਇਆ ਸੀ ਵੈਸਟ ਬੰਗਾਲ ਦੇ ਵਿੱਚ, ਸ਼ਾਂਤੀ ਨਿਕੇਤਨ ਵਿੱਚ। ਹੀ ਵਾਜ਼ ਪੋਪੂਲਰਲੀ ਨੋਨ ਐਜ਼ ਦ ਬਾਰਡ ਆਫ ਬੰਗਾਲ। ਬਾਰਡ ਕੀ ਹੁੰਦਾ? ਪੋਇਟ। ਉਹਨਾਂ ਨੂੰ ਪੋਇਟ ਆਫ ਬੰਗਾਲ, ਦ ਬਾਰਡ ਆਫ ਬੰਗਾਲ ਕਿਹਾ ਜਾਂਦਾ ਸੀ। ਥਰੂ ਹਿਸ ਰਾਈਟਿੰਗਸ ਹੀ showcased a deep understanding of human emotions, nature and spirituality. ਆਪਣੀਆਂ ਰਾਈਟਿੰਗਸ ਦੇ ਵਿੱਚ ਉਹਨਾਂ ਨੇ ਕੀ ਸ਼ੋਅ ਕੀਤਾ? ਹਿਊਮਨ ਇਮੋਸ਼ਨਸ ਨੂੰ ਦਿਖਾਇਆ ਕਿ ਕਿਵੇਂ ਉਹਨਾਂ ਨੇ ਕਿਵੇਂ ਉਹ ਅੰਡਰਸਟੈਂਡ ਕਰਦੇ ਹੈ ਹਿਊਮਨ ਇਮੋਸ਼ਨਸ ਨੂੰ। ਨੇਚਰ ਬਾਰੇ ਲਿਖਿਆ, ਸਪਿਰਿਚੁਅਲਿਟੀ ਬਾਰੇ ਲਿਖਿਆ। ਹੀ ਟੱਚਸ ਦ ਡਿਫਰੈਂਟ ਇਸ਼ੂਜ਼, ਲਾਈਕ ਕਿਵੇਂ ਦੇ ਇਸ਼ੂਜ਼ ਨੂੰ ਉਹਨਾਂ ਨੇ ਆਪਣੀਆਂ ਰਾਈਟਿੰਗਸ ਵਿੱਚ ਲਿਖਿਆ। ਸਟਰਗਲ ਫॉर ਫਰੀडम ਲਈ ਉਹਨਾਂ ਨੇ ਲਿਖਿਆ। ਐਗਜ਼ਿਸਟੈਂਸ ਆਫ ਗੁੱਡ ਐਂਡ ਈਵਲ ਇਨ ਦ ਵਰਲਡ, ਦੁਨੀਆ ਵਿੱਚ ਚੰਗਿਆਈ ਤੇ ਬੁਰਾਈ ਦੀ ਹੋਂਦ ਬਾਰੇ ਲਿਖਿਆ। ਐਜੂਕੇਸ਼ਨ ਬਾਰੇ ਲਿਖਿਆ। ਰੋਲ ਆਫ ਅ ਟੀਚਰ ਬਾਰੇ ਲਿਖਿਆ ਉਹਨਾਂ ਨੇ ਕਿ ਟੀਚਰ ਦਾ ਕੀ ਰੋਲ ਹੁੰਦਾ ਹੈ। ਐਂਡ ਸਪਿਰਿਚੁਅਲਿਟੀ ਬਾਰੇ ਲਿਖਿਆ। He was a multi-talented personality with a desire to learn new things. ਮਲਟੀ ਟੈਲੈਂਟਡ ਪਰਸਨੈਲਿਟੀ ਤਾਂ ਆਪਾਂ ਦੇਖ ਹੀ ਚੁੱਕੇ ਹਾਂ। ਉਹਨਾਂ ਨੇ ਮਤਲਬ ਉਹ ਕਿੰਨੀ ਟੈਲੈਂਟਡ ਸੀਗੇ, ਕਿੰਨਾ ਕੁਛ ਉਹਨਾਂ ਨੇ ਲਿਖਿਆ। ਵਿਦ ਦ ਡਿਜ਼ਾਇਰ ਟੂ ਲਰਨ ਨਿਊ ਥਿੰਗਸ, ਮਤਲਬ ਉਹਨਾਂ ਵਿੱਚ ਫਿਰ ਵੀ ਇੱਕ ਡਿਜ਼ਾਇਰ ਸੀ ਹਮੇਸ਼ਾ ਕੁਛ ਨਾ ਕੁਛ ਨਵਾਂ ਸਿੱਖਦੇ ਰਹਿਣ ਦੀ। ਜਿਵੇਂ ਕਿ ਇੱਕ ਐਗਜ਼ਾਮਪਲ ਇਹ ਹੈ, ਚਾਹੇ ਮੈਂ ਇੱਥੇ ਨਹੀਂ ਲਿਖੀਗੀ ਬਟ ਆਈ ਜਸਟ ਵਾਂਟ ਟੂ ਸ਼ੇਅਰ ਇਟ ਵਿਦ ਯੂ, ਕਿ ਉਹਨਾਂ ਨੇ ਆਪਣੀ ਮਿਡ 60s ਦੇ ਵਿੱਚ, ਜਦੋਂ ਉਹ ਮਤਲਬ 60s ਦੇ ਵਿੱਚ ਸੀਗੇ, ਜੋ ਲਾਈਕ 64 65 ਦੇ ਸੀ, ਉਸ ਟਾਈਮ ਤੇ ਉਹਨਾਂ ਨੇ ਪੇਂਟਿੰਗ ਸ਼ੁਰੂ ਕੀਤੀ ਸੀ ਉਸ ਏਜ ਵਿੱਚ ਜਾ ਕੇ। ਤੇ ਪੇਂਟਿੰਗ ਦੇ ਵਿੱਚ ਮਤਲਬ ਇੰਨੀਆਂ ਵਧੀਆ ਉਹਨਾਂ ਨੇ ਪੇਂਟਿੰਗਸ ਬਣਾਈਆਂ ਕਿ ਵਨ ਆਫ ਦ ਬੈਸਟ ਪੇਂਟਰਸ ਆਫ ਇੰਡੀਆ ਦੇ ਵਿੱਚ ਉਹਨਾਂ ਨੂੰ ਮਤਲਬ ਮੰਨਿਆ ਜਾਂਦਾ ਸੀ। ਨੈਕਸਟ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਐਸੇ ਵਿੱਚ ਕੀ ਕਿਹਾ ਗਿਆ। The writer in the essay teacher stresses on the fact, the teacher stresses, the teacher ਆਊਗਾ ਇੱਥੇ। essay the teacher ਹੈ, ਪਲੀਜ਼ ਇੱਥੇ ਇਨਕਲੂਡ ਕਰ ਲਿਓ ਦਾ। The writer in the essay the teacher stresses on the fact that childhood should be a time of self-learning and children should be free and creative. ਰਾਈਟਰ ਇਸ ਐਸੇ ਵਿੱਚ ਦੱਸਦਾ ਹੈ ਕਿ ਬਚਪਨ ਉਹ ਟਾਈਮ ਹੁੰਦਾ ਹੈ ਜਦੋਂ ਬੱਚਿਆਂ ਨੂੰ ਫਰੀडम ਮਿਲਣਾ ਚਾਹੀਦਾ ਕਿ ਉਹ ਆਪ ਲਰਨ ਕਰਨ ਚੀਜ਼ਾਂ ਨੂੰ, ਸਿਖਾਉਣ ਦੀ ਬਜਾਏ ਮਤਲਬ ਦੇ ਸੈਲਫ ਲਰਨਿੰਗ ਵਿੱਚ ਹੋਣਾ ਚਾਹੀਦਾ। ਉਹ ਆਪੇ ਮਤਲਬ ਗਲਤੀ ਕਰਨਗੇ ਫਿਰ ਸਿੱਖਣਗੇ ਤੇ ਕ੍ਰੀਏਟਿਵ ਹੋਣੇ ਚਾਹੀਦੇ ਹੈ। His ideas were influenced by his own school days in Calcutta. ਉਹਦੇ ਮਨ ਵਿੱਚ ਐਵੇਂ ਦੇ ਆਈਡੀਆਸ ਰਵਿੰਦਰਨਾਥ ਟੈਗੋਰ ਦੇ ਮਨ ਵਿੱਚ ਇਹ ਆਈਡੀਆਸ ਉਹ ਆਪਣੇ ਸਕੂਲ ਡੇਜ਼ ਤੋਂ ਆਏ ਜਦੋਂ ਕੈਲਕਟਾ ਵਿੱਚ ਪੜ੍ਹਦਾ ਸੀ। He was unhappy with the rigid and restricting discipline of the schooling system set up by the British teachers. ਜਿਹੜੇ ਉਸ ਟਾਈਮ ਬ੍ਰਿਟਿਸ਼ ਟੀਚਰ ਸੀ, ਉਹਨਾਂ ਨੇ ਸਕੂਲ ਦੇ ਵਿੱਚ ਬੜਾ ਹੀ ਮਤਲਬ ਉਹ ਸੀਗਾ ਸਟ੍ਰਿਕਟਨੈਸ ਦਿਖਾਉਂਦੇ ਸੀ, ਡਿਸਿਪਲਿਨ ਮੇਨਟੇਨ ਕਰਦੇ ਸੀ, ਜਿਹਦੇ ਕਰਕੇ ਰਵਿੰਦਰਨਾਥ ਟੈਗੋਰ ਨੂੰ ਉਹ ਚੀਜ਼ ਪਸੰਦ ਨਹੀਂ ਆਉਂਦੀ ਸੀ ਤੇ ਉਹ ਨਾ ਖੁਸ਼ ਸੀਗੇ ਉਸ ਸਿਸਟਮ ਤੋਂ। He established a school in Shanti Niketan, a rural setting where children could live in harmony
with nature. ਉਹਨਾਂ ਨੇ ਸ਼ਾਂਤੀ ਨਿਕੇਤਨ ਵਿੱਚ ਇੱਕ ਸਕੂਲ ਸੈਟਅਪ ਕੀਤਾ ਇਸੇ ਕਰਕੇ, ਜਿਹੜਾ ਕਿ ਰੂਰਲ ਸੈਟਿੰਗ ਪੇਂਡੂ ਇਲਾਕੇ ਵਿੱਚ ਸੀਗਾ, ਮਤਲਬ ਅਵੇ ਫਰੋਮ ਦਾ ਅਰਬਨ ਏਰੀਆਜ਼, ਜਿੱਥੇ ਬੱਚੇ ਜਿਹੜੇ ਸੀਗੇ ਨੇਚਰ ਦੇ ਕਲੋਜ਼ ਰਹਿ ਸਕਦੇ ਸੀ, ਕੁਦਰਤ ਦੇ ਕਲੋਜ਼ ਰਹਿ ਸਕਦੇ ਸੀ, ਤੇ ਆਪਣੀ ਜਿਹੜੀ ਕ੍ਰੀਏਟੀਵਿਟੀ ਸੀ ਉਹਨੂੰ ਡਿਵੈਲਪ ਕਰ ਸਕਦੇ ਸੀ। Tagore believes that nature, the greatest of all teachers, is thwarted at every step by the human teacher. ਟੈਗੋਰ ਦਾ ਇਹ ਮੰਨਣਾ ਸੀ ਕਿ ਸਭ ਤੋਂ ਵੱਡੀ ਟੀਚਰ ਹੁੰਦੀ ਹੈ ਕੁਦਰਤ, ਨੇਚਰ, ਜਿੱਥੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ। ਤੇ ਉਹਨੂੰ ਮਤਲਬ ਉਹਨੇ ਆਪਣੇ ਸਕੂਲ ਡੇਜ਼ ਤੇ ਇਹ ਚੀਜ਼ ਦੇਖੀ ਸੀ ਕਿ ਜਿਹੜੀਆਂ ਹਿਊਮਨ ਟੀਚਰਸ ਹੈ ਉਹ ਹਰ ਇੱਕ ਸਟੈਪ ਤੇ ਨੇਚਰ ਦੇ ਕਲੋਜ਼ ਹੋਣ ਤੋਂ ਬੱਚਿਆਂ ਨੂੰ ਪ੍ਰੀਵੈਂਟ ਕਰ ਰਹੇ ਸੀਗੇ। ਜਿਹੜਾ ਬ੍ਰਿਟਿਸ਼ ਸਕੂਲਿੰਗ ਸਿਸਟਮ ਸੀ ਉਹਦੇ ਵਿੱਚ ਹਿਊਮਨ ਟੀਚਰਸ ਜਿਹੜੇ ਸੀਗੇ ਉਹ ਉਹਨਾਂ ਨੂੰ ਨੇਚਰ ਤੋਂ, ਕੁਦਰਤ ਤੋਂ ਪਰੇ ਲੈ ਕੇ ਜਾ ਰਹੇ ਸੀ। ਹੀ ਹੋਲਡਸ ਨੇਚਰ ਐਜ਼ ਐਨ ਐਜੂਕੇਟਰ ਆਫ ਵੈਰੀ ਹਾਈ ਐਸਟੀਮ। ਇਸ ਐਸੇ ਵਿੱਚ ਰਵਿੰਦਰਨਾਥ ਟੈਗੋਰ ਨੇ ਸਾਨੂੰ ਦੱਸਿਆ ਹੈ ਕਿ ਕੁਦਰਤ ਬਹੁਤ ਵੱਡਾ ਟੀਚਰ ਹੁੰਦਾ ਹੈ, ਐਜੂਕੇਟਰ ਹੁੰਦਾ ਹੈ, ਜਿਨਦੀ ਕਿ ਬਹੁਤ ਜ਼ਿਆਦਾ ਰਿਸਪੈਕਟ ਹੋਣੀ ਚਾਹੀਦੀ ਹੈ। ਟੈਗੋਰ ਬਿਲੀਵਸ ਦੈਟ ਦ ਏਮ ਆਫ ਐਜੂਕੇਸ਼ਨ ਇਜ਼ ਸੈਲਫ ਰਿਅਲਾਈਜ਼ੇਸ਼ਨ। ਜਦੋਂ ਤੁਸੀਂ ਅੰਦਰੋਂ ਤੁਹਾਡੇ ਮਤਲਬ ਕੋਈ ਨਾ ਕੋਈ ਰਿਅਲਾਈਜ਼ੇਸ਼ਨ ਹੁੰਦੀ ਹੈ, ਤੁਸੀਂ ਆਪਣੇ ਆਪ ਨੂੰ ਸਮਝਦੇ ਹੋ, ਇੱਕ ਐਜੂਕੇਸ਼ਨ ਦਾ ਸਭ ਤੋਂ ਵੱਡਾ ਏਮ ਇਹ ਹੋਣਾ ਚਾਹੀਦਾ ਹੈ ਕਿ ਇਨਸਾਨ ਖੁਦ ਆਪਣੇ ਅੰਦਰ ਝਾਤ ਮਾਰੇ ਤੇ ਆਪਣੀ ਜਿਹੜੀ ਹੈਗੀ ਆਪਣੇ ਆਪ ਨੂੰ ਪਹਿਚਾਨੇ। Through his imagination and insight, he realized the universal soul in himself and in nature. ਆਪਣੀ ਇਨਸਾਈਟ ਜਦੋਂ ਉਹਨੇ ਆਪਣੇ ਅੰਦਰ ਝਾਕਿਆ, ਰਵਿੰਦਰਨਾਥ ਟੈਗੋਰ ਨੇ, ਇਨਸਾਈਟ ਹੁੰਦਾ ਅੰਦਰ ਝਾਕਣਾ, ਹੀ ਰਿਅਲਾਈਜ਼ਡ, ਉਹਨੇ ਕੀ ਰਿਅਲਾਈਜ਼ ਕੀਤਾ ਕਿ ਉਹਦੇ ਵਿੱਚ ਜਿਹੜੀ ਆਤਮਾ ਹੈ ਉਹੀ ਆਤਮਾ ਉਹਨੇ ਕੁਦਰਤ ਵਿੱਚ ਦੇਖੀ। ਮਤਲਬ ਹਰੇਕ ਚੀਜ਼ ਜਿਹੜੀ ਪ੍ਰਮਾਤਮਾ ਨੇ ਬਣਾਈ ਹੈ ਉਹਦੀ ਸਾਰਿਆਂ ਦੇ ਵਿੱਚ ਸੋਲ ਹੈ, ਆਤਮਾ ਹੈ। ਦਿਸ ਰਿਅਲਾਈਜ਼ੇਸ਼ਨ ਹੀ ਫੀਲਸ ਇਜ਼ ਦ ਗੋਲ ਆਫ ਐਜੂਕੇਸ਼ਨ। ਐਵੇਂ ਦੀ ਰਿਅਲਾਈਜ਼ੇਸ਼ਨ, ਐਵੇਂ ਦੀ ਚੀਜ਼ ਨੂੰ ਰਿਅਲਾਈਜ਼ ਕਰਨਾ ਕਿ ਹਰੇਕ ਚੀਜ਼ ਵਿੱਚ ਪਰਮਾਤਮਾ ਦੀ ਹੋਂਦ ਹੈ, ਇੱਕ ਹੀ ਆਤਮਾ ਹੈ, ਇਹ ਜਦੋਂ ਤੁਸੀਂ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਹੋ ਤਾਂ ਸ਼ਾਇਦ ਐਜੂਕੇਸ਼ਨ ਦਾ ਸਭ ਤੋਂ ਵੱਡਾ ਜਿਹੜਾ ਗੋਲ ਹੈ ਉਹਨੂੰ ਅਚੀਵ ਕਰ ਲੈਂਦੇ ਹੋ। ਥਰੂ ਹਿਜ਼ ਸੈਲਫ ਰਿਅਲਾਈਜ਼ੇਸ਼ਨ, ਆਪਣੀ ਇਸ ਚੀਜ਼ ਨੂੰ ਰਿਅਲਾਈਜ਼ ਕਰਨਾ, ਆਪਣੇ ਅੰਦਰ ਝਾਤ ਮਾਰ ਕੇ ਆਪਣੇ ਆਪ ਸੈਲਫ ਰਿਅਲਾਈਜ਼ੇਸ਼ਨ ਜਦੋਂ ਹੋਈ ਤਾਂ ਟੈਗੋਰ ਨੇ ਕੀ ਕੀਤਾ? ਟੈਗੋਰ ਫੈਲਟ ਦ ਨੀਡ ਟੂ ਡੂ ਸਮਥਿੰਗ ਫॉर ਹਿਊਮੈਨਿਟੀ। ਟੈਗੋਰ ਨੂੰ ਇਹ ਲੱਗਿਆ ਕਿ ਮੈਨੂੰ ਦੁਨੀਆ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ, ਕੰਪਲੀਟਲੀ ਫ੍ਰੀ ਫਰੋਮ ਸੈਲਫਿਸ਼ ਮੋਟਿਵਸ। ਦੁਨੀਆ ਲਈ ਕੁਛ ਨਾ ਕੁਛ ਕਰਾਂ ਪਰ ਮੇਰੇ ਇਹਦੇ ਵਿੱਚ ਕੋਈ ਸੈਲਫਿਸ਼ ਮੋਟਿਵ ਨਹੀਂ ਹੋਣਾ ਚਾਹੀਦਾ। ਐਂਡ ਦੇਅਰਫੋਰ ਹੀ ਫਾਊਂਡ, ਤੇ ਇਸ ਲਈ ਉਹਨਾਂ ਨੇ ਕੀ ਬਣਾਇਆ ਸੀਗਾ ਹਿਊਮੈਨਿਟੀ ਵਾਸਤੇ? He found an educational institution in Bengal for children which he calls his living temple. ਉਹਨਾਂ ਨੇ ਬੰਗਾਲ ਦੇ ਵਿੱਚ ਇੱਕ ਸਕੂਲ ਬਣਾਇਆ ਜਿਹਨੂੰ ਉਹਨਾਂ ਨੇ ਕਿਹਾ ਕਿ ਇਹ ਇੱਕ ਜਿੰਦਾ ਜਾਗਦਾ ਟੈਂਪਲ ਹੈ। He calls the children divine. ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ they are divine, God ਦੀ ਤਰ੍ਹਾਂ ਹੈ। In this institute, children will acquire knowledge and be creative. ਟੈਗੋਰ ਦਾ ਇਹ ਮੰਨਣਾ ਸੀ ਕਿ ਜਿਹੜਾ ਸਕੂਲ ਮੈਂ ਸੈਟਅਪ ਕੀਤਾ ਹੈ ਉੱਥੇ ਬੱਚੇ ਨੌਲੇਜ ਵੀ ਲੈਣਗੇ ਤੇ ਕ੍ਰੀਏਟੀਵਿਟੀ ਵੀ ਉਹਨਾਂ ਵਿੱਚ ਜ਼ਿੰਦਾ ਰੱਖੀ ਜਾਊਗੀ। The writer feels as if he has been on an exile into the mechanical world and has come back into the world of nature. ਰਾਈਟਰ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਉਹਨੂੰ ਕੋਈ ਦੇਸ਼ਨ ਕਾਲਾ ਮਿਲਿਆ ਹੋਇਆ ਹੈ, ਜਿਵੇਂ ਉਹਨੂੰ ਮਤਲਬ ਕੁਦਰਤ ਦੇ ਵਿੱਚ ਉਹ ਰਹਿਣਾ ਚਾਹੁੰਦਾ ਸੀ ਤੇ ਕੁਦਰਤ ਤੋਂ ਦੂਰ ਕਰਕੇ ਉਹਨੂੰ ਮਾਡਰਨ ਵਰਲਡ ਦੇ ਵਿੱਚ ਭੇਜ ਦਿੱਤਾ ਗਿਆ। ਮਾਡਰਨ ਮੈਕਨਾਈਜ਼, ਜਿੱਥੇ ਮਸ਼ੀਨਾਂ ਹੀ ਮਸ਼ੀਨਾਂ ਹੈ, ਇੱਕ ਐਵੇਂ ਦੀ ਦੁਨੀਆ 'ਚ ਭੇਜ ਦਿੱਤਾ ਗਿਆ ਜਿਵੇਂ ਉਹਨੂੰ ਕੁਦਰਤ ਨੇ ਦੇਸ਼ਨ ਕਾਲਾ ਦੇ ਦਿੱਤਾ ਸੀ। ਪਰ ਫਿਰ ਜਦੋਂ ਉਹਨੂੰ ਸੈਲਫ ਰਿਅਲਾਈਜ਼ੇਸ਼ਨ ਹੋਈ, ਜਦੋਂ ਉਹਨੂੰ ਲੱਗਿਆ ਕਿ ਕੁਦਰਤ ਵਿੱਚ ਵੀ ਉਹੀ ਆਤਮਾ ਹੈ ਜੋ ਉਹਦੇ ਅੰਦਰ ਹੈ, ਤਾਂ ਫਿਰ ਉਸ ਟਾਈਮ ਤੇ ਉਹਨੂੰ ਲੱਗਿਆ ਕਿ ਜਿਵੇਂ ਉਹ ਫਿਰ ਤੋਂ ਦੁਬਾਰਾ ਕੁਦਰਤ ਦੇ ਕਲੋਜ਼ ਹੋ ਗਿਆ। The writer recalls the poet Kalidasa, who wrote the poem Meghadatta, in which the main character had to go to exile. He feels homesick there. ਕਹਿੰਦੇ ਹੁਣ ਕੀ ਹੈ, ਜਦੋਂ ਉਹ ਕਹਿੰਦਾ ਹੈ ਨਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁਦਰਤ
ਦੀ ਦੁਨੀਆ ਵਿੱਚ ਰਹਿੰਦੇ ਰਹਿੰਦੇ ਮੈਨੂੰ ਦੇਸ਼ਨ ਕਾਲਾ ਮਿਲ ਗਿਆ ਤੇ ਮੈਂ ਇੱਕ ਐਵੇਂ ਦੀ ਦੁਨੀਆ ਵਿੱਚ ਮਾਡਰਨ ਵਰਲਡ ਵਿੱਚ ਚਲਾ ਗਿਆ ਜਿੱਥੇ ਮੈਨੂੰ ਲੱਗਦਾ ਸੀਗਾ ਕਿ ਮੈਂ ਬਹੁਤ ਹੀ ਦੁਖੀ ਰਿਹਾ। ਹੀ ਵਾਜ਼ ਵੈਰੀ ਅਨਹੈਪੀ। ਤਾਂ ਰਾਈਟਰ ਕੈਨ ਉਸ ਟਾਈਮ ਤੇ ਰਾਈਟਰ ਨੂੰ ਇੱਕ ਪੋਇਟ ਯਾਦ ਆਉਂਦਾ ਹੈ, ਕਾਲੀਦਾਸਾ। ਕਾਲੀਦਾਸਾ ਨੇ ਇੱਕ ਪੋਇਮ ਲਿਖੀ ਸੀ ਮੇਗਾ ਦੱਤਾ। ਉਸ ਪੋਇਮ ਦੇ ਵਿੱਚ ਇੱਕ ਮੇਨ ਕੈਰੈਕਟਰ ਜਿਹੜਾ ਸੀਗਾ ਨਾ, ਉਹਨੂੰ ਦੇਸ਼ਨ ਕਾਲਾ ਮਿਲਿਆ ਸੀ, ਉਹਨੂੰ ਆਪਦੀ ਕੰਟਰੀ ਤੋਂ ਕੱਢ ਦਿੱਤਾ ਗਿਆ ਸੀ ਤੇ ਦੂਰ ਉਹ ਉਜੈਨੀ ਦੇ ਵਿੱਚ ਜਾ ਕੇ ਰਹਿਣ ਲੱਗ ਗਿਆ ਸੀ, ਪੈਲੇਸ ਦੇ ਵਿੱਚ। ਉਹਨੂੰ ਪੈਲੇਸ ਵਿੱਚ ਭੇਜ ਦਿੱਤਾ ਗਿਆ ਸੀ ਜਦੋਂ ਕਿਹੜਾ ਰਾਜੇ ਦਾ ਰਾਜ ਸੀ, ਵਿਕਰਮਦਿੱਤਿਆ ਦਾ। ਤਾਂ ਉਸ ਟਾਈਮ ਤੇ ਉਹ ਚਾਹੇ ਉਸ ਪੈਲੇਸ ਵਿੱਚ ਰਹਿ ਰਿਹਾ ਸੀਗਾ, ਪਰ ਉਹ ਵਿਚਾਰਾ ਬਹੁਤ ਹੋਮਸਿਕ ਫੀਲ ਕਰਦਾ ਸੀ, ਉਹਨੂੰ ਆਪਣੀ ਘਰ ਦੀ ਯਾਦ ਆਉਂਦੀ ਸੀ। ਸੋ ਰਾਈਟਰ ਕਹਿੰਦਾ ਹੈ ਕਿ ਜਦੋਂ ਮਤਲਬ ਮੈਨੂੰ ਕੁਦਰਤ ਤੋਂ ਦੂਰ ਕੀਤਾ ਗਿਆ ਤਾਂ ਮੈਨੂੰ ਉਸ ਕੈਰੈਕਟਰ ਦੀ ਤਰ੍ਹਾਂ ਫੀਲ ਹੁੰਦਾ ਸੀ, ਮੈਨੂੰ ਕੁਦਰਤ ਤੋਂ ਦੂਰ ਹੋ ਕੇ ਬਹੁਤ ਹੋਮਸਿਕ ਫੀਲ ਹੁੰਦਾ ਸੀ, ਮੈਨੂੰ ਕੁਦਰਤ ਦੀ ਯਾਦ ਆਉਂਦੀ ਸੀ। He feels homesick there. He used to ask the wind to carry his messages to his wife. ਤਾਂ ਜਿਹੜਾ ਉਹ ਕੈਰੈਕਟਰ ਸੀ ਨਾ ਉਸ ਪੋਇਮ ਦੇ ਵਿੱਚ, ਉਹਨੂੰ ਬਹੁਤ ਹੀ ਇਕੱਲਾਪਨ ਮਹਿਸੂਸ ਹੁੰਦਾ ਸੀਗਾ ਤੇ ਉਹ ਹਵਾ ਜਿੱਧਰੋਂ ਆਉਂਦੀ ਸੀ ਤਾਂ ਹਵਾ ਨੂੰ ਕਹਿੰਦਾ ਸੀਗਾ ਕਿ ਮੇਰੇ ਮੈਸੇजेस ਲੈ ਜਾਓ ਮੇਰੀ ਵਾਈਫ ਵਾਸਤੇ। He was living in a palace in Ujjaini during the reign of ਵਿਕਰਮਦਿੱਤਿਆ। ਵਿਕਰਮਦਿੱਤਿਆ ਰਾਜਾ ਸੀ ਉਦੋਂ ਉਜੈਨੀ ਦਾ, ਤੇ ਉੱਥੇ ਪੈਲੇਸ ਦੇ ਵਿੱਚ ਉਹ ਮੇਨ ਕੈਰੈਕਟਰ ਨੂੰ ਦਿਖਾਇਆ ਕਿ ਉਹ ਰਹਿੰਦਾ ਸੀ। He was one of the 9 gems of the royal court। ਤੇ ਜਿਹੜੀ ਮਤਲਬ ਰਾਜੇ ਦੀ ਕੋਰਟ ਸੀ ਨਾ, ਉੱਥੇ ਉਹ 9 ਰਤਨਾਂ ਵਿੱਚੋਂ ਮੰਨਿਆ ਜਾਂਦਾ ਸੀ। He was a court poet। ਉਹਨੂੰ ਇੰਨੀ ਰਿਸਪੈਕਟ ਦਿੱਤੀ ਜਾਂਦੀ ਸੀ ਕਿ ਉਹਨੂੰ ਉਹ ਮਤਲਬ ਕੋਰਟ ਪੋਇਟ ਵੀ ਬਣਾਇਆ ਹੋਇਆ ਸੀ। ਤੇ the atmosphere of the palace was extremely oppressive। ਤੇ ਜਿਹੜਾ ਕੈਰੈਕਟਰ ਸੀਗਾ, ਚਾਹੇ ਉੱਥੇ ਪੈਲੇਸ ਜਿਹੜਾ ਸੀ ਇਟ ਵਾਸ ਫੁੱਲ ਆਫ ਲਗਜ਼ਰੀਜ਼, ਇੰਨੀਆਂ ਮਤਲਬ ਸਹੂਲਤਾਂ ਸੀਗੀਆਂ, ਪਰ ਜਿਹੜਾ ਐਟਮੋਸਫੀਅਰ ਉੱਥੇ ਸੀਗਾ ਉਹਨੂੰ ਬੜਾ ਓਪਰੈਸਿਵ, ਬਹੁਤ ਹੀ ਮਤਲਬ ਉਦਾਸ ਲੱਗਦਾ ਸੀ ਤੇ ਨਾਲੇ ਦਬਾ ਕੇ ਰੱਖਣ ਵਾਲਾ ਸੀ। The poet knew that the age he is born in feels happy to hoard materialistic things and is not concerned about acquiring moral values। ਪੋਇਟ ਨੂੰ ਇਹ ਪਤਾ ਸੀ ਕਿ ਜਿਹੜੀ ਏਜ ਵਿੱਚ ਉਹਦਾ ਬਰਥ ਹੋਇਆ ਹੈ, ਉੱਥੇ ਸਿਰਫ ਲੋਕਾਂ ਨੂੰ ਕੀ ਹੈ, ਜਿਹੜੀਆਂ ਦੁਨਿਆਵੀ ਚੀਜ਼ਾਂ ਉਹਨਾਂ ਨੂੰ ਇਕੱਠਾ ਕਰਨ ਦੀ ਇੱਕ ਹੋੜ ਲੱਗੀ ਹੋਈ ਹੈ। ਉਹਨਾਂ ਨੂੰ ਮਤਲਬ ਕੋਈ ਚੰਗਿਆਈ, ਕੋਈ ਮੋਰਲ ਵੈਲਿਊਜ਼, ਕੋਈ ਚੰਗਾ ਸਿੱਖਣ ਦਾ ਨਹੀਂ ਹੈ, ਉਹਨਾਂ ਨੂੰ ਤਾਂ ਬਸ ਚੀਜ਼ਾਂ ਹੀ ਚੀਜ਼ਾਂ ਇਕੱਠੀ ਕਰਨ ਦੀ ਹੋੜ ਲੱਗੀ ਹੋਈ ਹੈ। ਹੀ ਰਿਮੈਂਬਰਸ ਤਪੋਵਨ। ਹੁਣ ਇਸ ਚੀਜ਼ ਤੋਂ ਟੈਗੋਰ ਨੂੰ ਮਤਲਬ ਉਹ ਜਿਹੜਾ ਪੋਇਟ ਹੈ ਨਾ, ਟੈਗੋਰ ਦੱਸਦਾ ਹੈ ਕਿ ਜਿਹੜਾ ਪੋਇਟ ਸੀ ਕਾਲੀਦਾਸ, ਉਹਨੂੰ ਮਤਲਬ ਯਾਦ ਆਉਂਦਾ ਹੈ ਤਪੋਵਨ ਬਾਰੇ, ਜਿਹੜਾ ਕਿ ਇੱਕ ਫੋਰੈਸਟ ਡਵੈਲਿੰਗ ਹੈ ਐਂਸ਼ੀਅੰਟ ਇੰਡੀਆ ਵਿੱਚ, ਪੁਰਾਣੀ ਇੰਡੀਆ ਦੇ ਵਿੱਚ ਇੱਕ ਫੋਰੈਸਟ ਦੇ ਵਿੱਚ ਕੁਝ ਕਮਿਊਨਿਟੀ, ਕੁਝ ਲੋਕ ਰਹਿੰਦੇ ਸੀ ਜਿਨ੍ਹਾਂ ਨੂੰ ਤਪੋਵਨ ਕਿਹਾ ਜਾਂਦਾ ਸੀ। ਦੇ ਵਰ ਸੀਕਰਸ ਆਫ ਰਿਐਲਿਟੀ। ਉਹ ਕਿਸੇ ਜ਼ਿੰਦਗੀ ਦੀ ਸੱਚਾਈ ਜਾਣਨਾ ਚਾਹੁੰਦੇ ਸੀ। ਦੈਟ ਡੀਪਨਸ ਦੇਅਰ ਅੰਡਰਸਟੈਂਡਿੰਗ ਆਫ ਦ ਨੇਚਰ। ਤੇ ਉਹ ਕੁਦਰਤ ਦੇ ਕੋਲੇ ਰਹਿ ਕੇ ਇਹ ਸਾਰੀਆਂ ਚੀਜ਼ਾਂ ਸਿੱਖਣਾ ਚਾਹੁੰਦੇ ਸੀ। ਦੇ ਵਰ ਨਾਟ ਪਿਊਰਿਟਨਸ। ਹੁਣ ਪਿਊਰਿਟਨਸ ਕੌਣ ਸੀਗੇ? ਪਿਊਰਿਟਨਸ ਉਹ ਲੋਕ ਸੀਗੇ ਜਿਹੜੇ ਬੜੇ ਸਟ੍ਰਿਕਟ ਹੁੰਦੇ ਸੀ, ਜਿਹੜੇ ਰਿਲੀਜੀਅਸਲੀ ਸੋਚਦੇ ਸੀਗੇ ਕਿ ਸਾਨੂੰ ਨਾ ਮਤਲਬ ਕਿਸੇ ਤਰ੍ਹਾਂ ਦੀ ਖੁਸ਼ੀ, ਕੋਈ ਪਲੈਜ਼ਰ ਨਹੀਂ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ, ਸਾਨੂੰ ਸਿਰਫ ਪ੍ਰੇਅਰਸ ਕਰਨੀਆਂ ਚਾਹੀਦੀਆਂ। ਪਿਊਰਿਟਨਸ ਐਵੇਂ ਦੇ ਸੀਗੇ। ਦੇ ਵਰ ਵੈਰੀ ਸਟ੍ਰਿਕਟ religiously। they never wanted that a human being should enjoy any sort of a pleasure, ਨਹੀਂ ਹੋਣਾ ਚਾਹੀਦਾ ਉਹਨਾਂ ਦੀ ਜ਼ਿੰਦਗੀ ਵਿੱਚ। ਬਟ ਯੂਜ਼ ਟੂ, ਕਹਿੰਦਾ ਹੁਣ ਜਿਹੜੇ ਤਪੋਵਨ ਜਿਹੜੀ ਕਮਿਊਨਿਟੀ ਰਹਿੰਦੀ ਸੀ, ਜਿਹੜੇ ਲੋਕ ਰਹਿੰਦੇ ਸੀ, ਉਹ ਪਿਊਰਿਟਨਸ ਨਹੀਂ ਸੀਗੇ, ਬਲਕਿ ਉਹ ਤਾਂ ਉਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਸੀ, ਕਮਿਊਨੀਕੇਟ ਕਰਦੇ ਸੀ ਜਿਹੜੇ ਲੋਕ ਦੁਨੀਆ ਵਿੱਚ ਰਹਿੰਦੇ ਸੀ, ਦੁਨਿਆਵੀ ਕੰਮ ਕਰਦੇ ਸੀ, ਉਹਨਾਂ ਨਾਲ ਵੀ ਉਹ ਮਤਲਬ ਕਮਿਊਨੀਕੇਟ ਕਰਦੇ ਸੀ, ਗੱਲਬਾਤ ਕਰਦੇ ਹੁੰਦੇ ਸੀ, ਪਰ ਉਹ ਰਹਿੰਦੇ ਕੁਦਰਤ ਦੇ ਕੋਲੇ ਸੀ ਤੇ ਉਹ ਰਿਐਲਿਟੀ ਨੂੰ ਜਾਣਨਾ ਚਾਹੁੰਦੇ ਸੀਗੇ, ਜੋ ਮਤਲਬ ਐਕਚੁਅਲੀ ਉਹਨਾਂ ਦਾ ਪਰਪਸ ਕੀ ਹੈ ਦੁਨੀਆ ਵਿੱਚ ਆਉਣ ਦਾ, ਇਹਨੂੰ ਜਾਣਨਾ ਚਾਹੁੰਦੇ ਸੀ। There were many communities including Tapovan who lived in the lap of nature। ਰਾਈਟਰ ਸਾਨੂੰ ਦੱਸਦਾ ਹੈ ਕਿ ਸਿਰਫ ਤਪੋਵਨ ਹੀ ਨਹੀਂ, ਇਹੋ ਜਿਹੀਆਂ ਕਈ ਕਮਿਊਨਿਟੀਜ਼ ਸੀਗੀਆਂ ਜਿਹੜੀਆਂ ਕੁਦਰਤ ਦੇ ਕੋਲੇ ਰਹਿੰਦੀਆਂ ਹੁੰਦੀਆਂ ਸੀ। ਬਹੁਤ ਸਾਰੇ ਲੋਕ ਸੀ ਜਿਹੜੇ ਕੁਦਰਤ ਦੀ ਗੋਦ ਵਿੱਚ ਰਹਿੰਦੇ ਸੀ। They were the people who used to admire Kalidas poems in which he wrote of Tapovan। ਕਹਿੰਦਾ ਇਹ ਉਹ ਲੋਕ ਸੀ ਜਿਹੜੇ ਕੁਦਰਤ ਦੇ ਕੋਲੇ ਰਹਿੰਦੇ ਸੀ
ਤੇ ਜਦੋਂ ਕਾਲੀਦਾਸ ਆਪਣੀਆਂ ਪੋਇਮਸ ਵਿੱਚ ਤਪੋਵਨ ਬਾਰੇ ਲਿਖਦਾ ਸੀ, ਉਹਨਾਂ ਲੋਕਾਂ ਬਾਰੇ ਲਿਖਦਾ ਸੀ ਜਿਹੜੇ ਨੇਚਰ ਦੇ ਕਲੋਜ਼ ਰਹਿੰਦੇ ਹੈ, ਤਾਂ ਕਹਿੰਦਾ ਫਿਰ ਇਹ ਜਿੰਨੀਆਂ ਕਮਿਊਨਿਟੀਜ਼, ਜਿੰਨੇ ਲੋਕ ਕੁਦਰਤ ਦੇ ਕੋਲੇ ਰਹਿੰਦੇ ਸੀ, ਉਹਦੀਆਂ ਪੋਇਮਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕੁਦਰਤ ਦਾ ਸਾਡੀ ਜ਼ਿੰਦਗੀ ਵਿੱਚ ਕੀ ਰੋਲ ਹੈ। ਟੂਡੇ ਨੋਬਡੀ ਕੇਅਰਸ ਫॉर ਸੱਚ ਐਨ ਆਈਡੀਆ। ਪਰ ਰਾਈਟਰ ਕਹਿੰਦਾ ਹੈ, ਟੈਗੋਰ ਕਹਿ ਰਹੇ ਹੈ ਕਿ ਅੱਜ ਕੱਲ ਤਾਂ ਕੋਈ ਐਵੇਂ ਦੀ ਆਈਡੀਆ ਵੀ ਮਤਲਬ ਤੁਸੀਂ ਫੋਰੈਸਟ ਵਿੱਚ ਕੁਦਰਤ ਦੇ ਕੋਲੇ ਰਹੋ ਤੇ ਆਪਣੀ ਰਿਐਲਿਟੀ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਕਹਿੰਦਾ ਅੱਜ ਕੱਲ ਤਾਂ ਐਵੇਂ ਦੀ ਆਈਡੀਆ ਵੱਲ ਤਾਂ ਕਿਸੇ ਦਾ ਧਿਆਨ ਹੀ ਨਹੀਂ ਹੈ। ਨੈਕਸਟ, civilized man has moved far from nature। ਅੱਜ ਸੱਭਿਆ ਲੋਕ ਜਿਹੜੀ ਹੈ ਉਹ ਕੁਦਰਤ ਤੋਂ ਦੂਰ ਹੋ ਚੁੱਕੇ ਹੈ। he is suffering from dissatisfaction and from world weariness। ਅੱਜ ਇਨਸਾਨ ਦੇ ਅੰਦਰ ਸੈਟਿਸਫੈਕਸ਼ਨ ਹੈ ਹੀ ਨਹੀਂ, ਉਹ ਤਾਂ ਇਨਫੈਕਟ ਇਸ ਦੁਨੀਆ ਵਿੱਚ ਰਹਿੰਦਾ ਹੋਇਆ ਵੇਰੀਨੈਸ ਮਤਲਬ ਬਿਲਕੁਲ ਟਾਇਰਡ, ਥੱਕਿਆ ਹੋਇਆ ਹੈ। ਮੈਕੈਨੀਕਲ ਫੋਰਸਿਸ ਆਰ ਗਰੋਇੰਗ ਫਾਸਟ ਇਨ ਦ ਮਾਡਰਨ ਵਰਲਡ। ਮਸ਼ੀਨਰੀ ਦਾ ਯੁੱਗ ਹੈ। ਮਾਡਰਨ ਵਰਲਡ ਫਾਈਂਡਸ ਇਟ ਡਿਫਿਕਲਟ ਟੂ ਮੇਨਟੇਨ ਅ ਹਾਰਮਨੀ ਬਿਟਵੀਨ ਨੇਚਰ ਐਂਡ ਹਿਸ ਨੀਡਸ। ਅੱਜ ਉਹ ਆਪਣੀਆਂ ਨੀਡਸ ਤਾਂ ਚਾਹੁੰਦਾ ਹੈ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਉਹ ਚੀਜ਼ ਚਾਹੀਦੀ ਹੈ, ਤੇ ਦੂਸਰੇ ਪਾਸੇ ਕੁਦਰਤ ਹੈ। ਤਾਂ ਕਹਿੰਦਾ ਕਿ ਮਾਡਰਨ ਮੈਨ ਜਿਹੜਾ ਹੈ ਉਹ ਇਹਦੇ ਵਿੱਚ ਇੱਕ ਮਤਲਬ ਹਾਰਮਨੀ, ਬੈਲੈਂਸ ਹੀ ਨਹੀਂ ਬਣਾ ਪਾ ਰਿਹਾ ਨੇਚਰ ਤੇ ਆਪਦੀਆਂ ਜ਼ਰੂਰਤਾਂ ਦੇ ਵਿੱਚ। ਮੈਕੈਨੀਕਲ ਵਰਲਡ ਇਜ਼ ਲਾਈਕ ਅ ਕੇਜ ਵਿਚ ਇਜ਼ ਕੰਪਲੈਕਸ ਐਂਡ ਕਾਸਟਲੀ। ਜਿਹੜਾ ਮੈਕੈਨੀਕਲ ਮਸ਼ੀਨੀ ਯੁੱਗ ਹੈ, ਇਹ ਇੱਕ ਪਿੰਜਰੇ ਦੀ ਤਰ੍ਹਾਂ ਹੈ ਜਿਹੜਾ ਕਿ ਬੜਾ ਕੰਪਲੈਕਸ ਹੈ, ਬਹੁਤ ਹੀ ਮਹਿੰਗਾ ਹੈ। Caged in this world, modern man is unable to communicate with whatever lies outside। ਇਸ ਪਿੰਜਰੇ ਦੇ ਵਿੱਚ ਮਾਡਰਨ ਮੈਨ ਬੰਦ ਹੋ ਚੁੱਕਿਆ ਹੈ ਤੇ ਉਹ ਬਾਹਰਲੀ ਦੁਨੀਆ ਨਾਲ, ਨੇਚਰ ਨਾਲ ਕਮਿਊਨੀਕੇਟ ਹੀ ਨਹੀਂ ਕਰ ਪਾ ਰਿਹਾ। Man has built his cage himself। ਇਨਸਾਨ ਨੇ ਆਪਣਾ ਪਿੰਜਰਾ ਆਪ ਬਣਾਇਆ ਹੈ। He is becoming a parasite on this monster thing which is engulfing him from all sides। ਇਨਸਾਨ ਜਿਹੜਾ ਹੈ ਉਹ ਇੱਕ ਪੈਰਾਸਾਈਟ ਹੁੰਦਾ ਜਿਹੜਾ ਮਤਲਬ ਕਿਸੇ ਚੀਜ਼ ਦੇ ਉੱਤੇ ਲੱਗ ਕੇ ਉਹਦਾ ਖੂਨ ਚੂਸਦਾ ਹੈ, ਦੈਟ ਇਜ਼ ਅ ਪੈਰਾਸਾਈਟ। ਠੀਕ ਹੈ, ਕੋਈ ਐਵੇਂ ਦਾ ਮਤਲਬ ਇਨਸੈਕਟ, ਐਵੇਂ ਦਾ ਜਰਮਸ ਹੈ ਜਿਹੜੇ ਮਤਲਬ ਐਵੇਂ ਦੇ ਇਨਸੈਕਟਸ ਹੈ ਜਿਹੜੇ ਕਿ ਦੂਸਰੇ ਐਨੀਮਲ ਦੀ ਬੋਡੀ ਤੇ ਲੱਗ ਕੇ ਉਹਦੇ ਖੂਨ ਚੂਸਦੇ ਹੈ। ਤਾਂ ਕਹਿੰਦਾ ਕਿ ਹੁਣ ਕੀ ਹੈ, ਇਨਸਾਨ ਖੁਦ ਇੱਕ ਖੂਨ ਚੂਸਣ ਵਾਲਾ ਬਣ ਚੁੱਕਿਆ ਹੈ, ਕਿਉਂਕਿ ਉਹ ਮਸ਼ੀਨਰੀ ਜਿਹੜੀ ਮੌਨਸਟਰ ਥਿੰਗ ਹੈ, ਇੱਕ ਐਵੇਂ ਦੀ ਖਤਰਨਾਕ ਚੀਜ਼ ਹੈ ਜਿਹੜੀ ਮਕੈਨੀਕਲ ਵਰਲਡ ਹੈ, ਉਹਦੇ ਉੱਤੇ ਪੈਰਾਸਾਈਟ ਬਣ ਗਿਆ। ਤੇ ਉਹ ਹੁਣ ਜਿਹੜਾ ਹੈਗਾ, ਜਿਹੜਾ ਮੌਨਸਟਰ ਥਿੰਗ ਹੈ, ਜਿਹੜੀ ਮਕੈਨੀਕਲ ਮਸ਼ੀਨਰੀ ਯੁੱਗ ਹੈ, ਉਹਨੂੰ ਸਾਰੇ ਪਾਸੋਂ ਘੇਰੀ ਬੈਠਾ ਹੈ, ਇਨਗਲਫ ਕਰਨਾ, ਘੇਰੀ ਬੈਠਾ ਹੈ। The man is busy adapting himself to this world। ਤੇ ਇਨਸਾਨ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਡਰਨ ਵਰਲਡ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ। He is becoming more and more materialistic। ਇਨਸਾਨ ਬਹੁਤ ਹੀ ਜ਼ਿਆਦਾ ਦੁਨਿਆਵੀ ਬਣਦਾ ਜਾ ਰਿਹਾ ਹੈ, ਜ਼ਿਆਦਾ ਤੋਂ ਜ਼ਿਆਦਾ ਦੁਨਿਆਵੀ ਚੀਜ਼ਾਂ ਨੂੰ ਇਕੱਠੀਆਂ ਕਰਨ ਵਿੱਚ ਲੱਗਿਆ ਹੋਇਆ ਹੈ। ਇਹ ਸਾਰਾ ਕੁਝ ਰਾਈਟਰ ਕਹਿ ਰਿਹਾ ਹੈ। ਨੈਕਸਟ ਹੈ, The writer was born in Calcutta, once the metropolis of British India। ਕਹਿੰਦਾ ਕਿ ਰਾਈਟਰ ਦਾ ਬਰਥ ਕੈਲਕਟਾ ਵਿੱਚ ਹੋਇਆ। There was a mixture of 3 cultures in their family। ਉਹਨਾਂ ਦੀ ਫੈਮਿਲੀ ਦੇ ਵਿੱਚ 3 ਕਲਚਰ ਸੀਗੇ, ਹਿੰਦੂ, ਮੁਸਲਿਮ, ਮੁਹੰਮਦਨ ਐਂਡ ਬ੍ਰਿਟਿਸ਼। ਹਰ ਤਰ੍ਹਾਂ ਦਾ ਮਤਲਬ ਲਾਈਕ ਕੁਝ ਕਲਚਰ ਹਿੰਦੂਸ ਦਾ ਸੀ ਆਇਆ ਹੋਇਆ, ਕੁਝ ਵੇ ਆਫ ਲਾਈਫ ਉਹਨਾਂ ਦਾ ਮੁਸਲਿਮਸ ਵਿੱਚੋਂ ਤੋਂ ਇਨਫਲੂਐਂਸ ਹੋਇਆ ਸੀ, ਕੁਝ ਬ੍ਰਿਟਿਸ਼ਰਸ ਦਾ। Modernity had started showing its impact on the ancient village community। ਜਿਹੜੀ modernity ਸੀਗੀ ਉਹ ਹੌਲੀ ਹੌਲੀ ਕੀ ਸੀਗੀ, ਜਿਹੜੀ ਪੁਰਾਣੀ ਵਿਲੇਜ ਦੇ ਵਿੱਚ ਰਹਿਣ ਵਾਲੀ ਜਿਹੜੇ ਲੋਕ ਸੀਗੇ, ਜਿਹੜੇ ਨੇਚਰ ਦੇ ਕਲੋਜ਼ ਰਹਿੰਦੇ ਸੀ, ਉਹਨਾਂ ਉੱਤੇ ਵੀ ਇੰਪੈਕਟ, ਅਸਰ ਹੋਣ ਲੱਗ ਗਿਆ ਸੀ modernity ਦਾ। Memories of past were still lingering in their minds। ਪਰ ਅਜੇ ਤੱਕ ਜਿਵੇਂ ਰਾਈਟਰ ਹੈ ਜਾਂ ਰਾਈਟਰ ਦੇ ਇਨਸੈਸਟਰਸ ਸੀਗੇ ਪਹਿਲਾਂ ਜਿਹੜੇ ਰਹਿੰਦੇ ਸੀ ਨੇਚਰ ਦੇ ਕਲੋਜ਼, ਹਜੇ ਤੱਕ ਮਤਲਬ ਜਿੰਨੇ ਵੀ ਨੇਚਰ ਦੇ ਜਿਹੜਾ ਵੀ ਕਲੋਜ਼ ਰਿਹਾ ਸੀਗਾ, ਉਹਨਾਂ ਨੂੰ ਪੁਰਾਣੀਆਂ ਯਾਦਾਂ ਅਜੇ ਵੀ ਉਹਨਾਂ ਦੇ ਦਿਲ ਦਿਮਾਗ ਵਿੱਚ ਘੁੰਮ ਰਹੀਆਂ ਸੀ, ਚਾਹੇ ਮਾਡਰਨਿਟੀ ਆਪਣਾ ਅਸਰ ਉਹਨਾਂ ਦੀ ਜ਼ਿੰਦਗੀ ਤੇ ਦਿਖਾਉਣ ਲੱਗ ਗਈ ਸੀ। His eldest brother often regret the once kind and hospitable village society। ਰਾਈਟਰ ਦਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਅਕਸਰ ਇਸ ਗੱਲ ਤੇ
ਇਸ ਗੱਲ ਤੇ ਪਛਤਾਵਾ ਕਰਦਾ ਸੀਗਾ ਕਿ ਹੁਣ ਅਸੀਂ ਕਿਵੇਂ ਦੀ ਦੁਨੀਆ ਵਿੱਚ ਆ ਗਏ ਹਾਂ, ਤੇ ਉਹ ਮਿਸ ਕਰਦਾ ਹੁੰਦਾ ਸੀਗਾ ਹੌਸਪੀਟੇਬਲ ਜਿਹੜੀ ਵਿਲੇਜ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀ, ਉਹ ਕਿੰਨੇ ਕਹਿੰਦਾ ਕਾਇੰਡ ਤੇ ਹੌਸਪੀਟੇਬਲ ਪ੍ਰਾਹੁਣਚਾਰੀ ਹੁੰਦੇ ਸੀ, ਹਰੇਕ ਦੀ ਰਿਸਪੈਕਟ ਕਰਦੇ ਸੀ ਤੇ ਹਰੇਕ ਨੂੰ ਪੂਰੀ ਇੰਪੋਰਟੈਂਸ ਦਿੰਦੇ ਸੀ। The writer was born in the harsh modern world. Writer ਖੁਦ ਕੈਲਕਟਾ ਵਿੱਚ born ਹੋਇਆ ਸੀਗਾ। It was a harsh modern world ਸੀਗਾ ਜਿੱਥੇ ਉਹ born ਹੋਇਆ ਸੀ। He felt homesick there. ਪਰ ਰਾਈਟਰ ਨੂੰ ਇਸ ਮਾਡਰਨ ਵਰਲਡ ਵਿੱਚ ਹੋਮਸਿਕ ਫੀਲ ਹੁੰਦਾ ਸੀ, ਉਹਨੂੰ ਨੇਚਰ ਦੀ ਯਾਦ ਆਉਂਦੀ ਸੀ। He missed the rocks, rushing water, dark whispers of the forest where his ancestors dwelled. ਉਹਦੇ ਜਿਹੜੇ ਪੁਰਵ ਸੀਗੇ, ਐਂਸੈਸਟਰ ਸੀਗੇ, ਉਹ ਜਿਸ ਜਗ੍ਹਾ ਤੇ ਰਹਿੰਦੇ ਹੁੰਦੇ ਸੀ ਉਹਨੂੰ ਮਤਲਬ ਉਵੇਂ ਦੀ ਜਗ੍ਹਾ ਹੀ ਪਸੰਦ ਸੀ ਰਾਈਟਰ ਨੂੰ। ਉਹ ਉਹਨਾਂ ਪੱਥਰਾਂ ਨੂੰ, ਪਾਣੀ ਨੂੰ, ਫੋਰੈਸਟ ਨੂੰ, ਉਹਨਾਂ ਨੂੰ ਮਿਸ ਕਰਦਾ ਸੀ ਜਿੱਥੇ ਉਹਦੇ ਐਂਸੈਸਟਰਸ ਕਿਸੇ ਟਾਈਮ ਤੇ ਰਹਿੰਦੇ ਹੁੰਦੇ ਸੀ। The coconut trees growing by the boundary wall of his house were companions to him. ਜਿਹੜੀ ਕੋਕੋਨਟ ਟਰੀਜ਼ ਉਹਦੀ ਮਤਲਬ ਘਰ ਦੀ ਸਾਰੇ ਪਾਸੇ ਜਿਹੜੀ ਬਾਉਂਡਰੀ ਵਾਲ ਹੈ ਉਹਦੇ ਆਲੇ ਦੁਆਲੇ ਲੱਗੇ ਹੋਏ ਸੀ, ਜਿਹੜੇ ਕਿ ਉਹਨੂੰ ਲੱਗਦਾ ਸੀ ਉਹਦੇ ਫਰੈਂਡਸ ਹੈ। ਹੀ ਸਟਿਲ ਰਿਮੈਂਬਰ ਹਿਸ ਬॉयहुड ਡੇਜ਼। ਅਜੇ ਵੀ ਉਹਨੂੰ ਆਪਣੇ ਬਚਪਨ ਦੇ ਦਿਨ ਯਾਦ ਆਉਂਦੇ। ਚਿਲਡਰਨ ਸ਼ੁੱਡ ਨੈਵਰ ਲੂਜ਼ ਦੇਅਰ ਇਨੀਟ ਇਨੋਸੈਂਸ। ਰਾਈਟਰ ਦਾ ਇਹ ਮੰਨਣਾ ਹੈ ਕਿ ਬੱਚਿਆਂ ਦਾ ਇਨੇਟ ਹੁੰਦਾ ਬਚਪਨ ਤੋਂ, ਜਨਮ ਤੋਂ, ਜਨਮ ਤੋਂ ਬੱਚਿਆਂ ਦੇ ਅੰਦਰ ਇੱਕ ਭੋਲਾਪਨ ਹੁੰਦਾ ਹੈ, ਇਨੋਸੈਂਸ ਹੁੰਦੀ ਹੈ, ਤੇ ਬੱਚਿਆਂ ਨੂੰ ਕਦੇ ਵੀ ਮਤਲਬ ਐਵੇਂ ਦੇ ਇਨਵਾਇਰਮੈਂਟ 'ਚ ਨਾ ਰੱਖੋ ਜਿੱਥੇ ਉਹਨਾਂ ਦੀ ਇਨੋਸੈਂਸ ਜਿਹੜੀ ਹੈ ਉਹ ਚਲੀ ਜਾਵੇ, ਜਿੱਥੇ ਉਹਨਾਂ ਦਾ ਭੋਲਾਪਨ ਚਲਾ ਜਾਵੇ ਤੇ ਉਹ ਸ਼ੈਤਾਨ ਵਰਗੇ ਹੋ ਜਾਣ। They should never give up their power of immediate communication with nature. ਤੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਬੱਚੇ ਨੇਚਰ, ਕੁਦਰਤ ਦੇ ਕੋਲੇ ਰਹਿਣ। Living a town life, the writer felt that his soul was banished. ਇੱਕ ਸ਼ਹਿਰੀ ਦੁਨੀਆ ਦੇ ਵਿੱਚ ਸ਼ਹਿਰੀ ਜ਼ਿੰਦਗੀ ਜਿਉਂਦੇ ਟੈਗੋਰ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿ ਜਿਵੇਂ ਉਹਦੀ ਆਤਮਾ ਜਿਹੜੀ ਸੀਗੀ ਇਟ ਵਾਸ ਬੈਨਿਸ਼ਡ, ਉਹ ਕਿਸੇ ਹੋਰ ਹੀ ਦੁਨੀਆ ਵਿੱਚ ਚਲੀ ਗਈ ਹੈ। He was a torn away line of the verse while the other line with which it rhymed was smashed. ਉਹਨੂੰ ਅਕਸਰ ਇਹ ਮਹਿਸੂਸ ਹੁੰਦਾ ਜਿਵੇਂ ਪੋਇਮ ਦੀਆਂ ਦੋ ਲਾਈਨਸ ਨਹੀਂ ਹੁੰਦੀਆਂ ਤੇ ਉਹਨਾਂ ਦੀ ਆਪਸ ਵਿੱਚ ਜਿਵੇਂ ਸਨ, ਰਨ, ਐਵੇਂ ਕਰਕੇ ਅਖੀਰਲੇ ਵਰਡਸ ਆਪਸ ਵਿੱਚ ਰਾਈਮ ਕਰਦੇ ਆ, ਸੇਮ ਮਤਲਬ ਟਿਊਨ ਦੇ ਹੁੰਦੇ ਆ, ਸੇਮ ਰਾਈਮਿੰਗ ਹੁੰਦੀ ਹੈ। ਤਾਂ ਉਹਨੂੰ ਅਕਸਰ ਮਹਿਸੂਸ ਹੁੰਦਾ ਕਿ ਜਿਵੇਂ ਮੈਂ ਪੋਇਮ ਦੀਆਂ ਦੋ ਲਾਈਨਾਂ ਵਿੱਚੋਂ ਇੱਕ ਲਾਈਨ ਮੈਂ ਹਾਂ ਤੇ ਉਸ ਲਾਈਨ ਨੂੰ ਮੈਨੂੰ ਮਿਟਾ ਦਿੱਤਾ ਗਿਆ ਹੈ, ਤੇ ਐਂ ਲੱਗਦਾ ਹੈ ਕਿ ਜਿਹਦੇ ਨਾਲ, ਜਿਸ ਲਾਈਨ ਨਾਲ ਮੇਰੀ ਰਾਈਮਿੰਗ ਹੋਣੀ ਸੀ, ਮਤਲਬ ਨੇਚਰ, ਜਿਹਦੇ ਨਾਲ ਮੇਰੀ ਰਾਈਮਿੰਗ ਹੋਣੀ ਸੀ ਉਹ ਸਮਝ ਹੈ, ਮਤਲਬ ਉਹਨੂੰ ਮਿਟਾ ਦਿੱਤਾ ਗਿਆ, ਜਿਵੇਂ ਬਹੁਤ ਹੀ ਬਲੰਟ, ਬਹੁਤ ਹੀ ਮਤਲਬ ਉਹਨੂੰ ਬਲਰਡ ਕਰ ਦਿੱਤਾ ਗਿਆ ਕਿ ਉਹ ਦਿਸਦੀ ਹੀ ਨਹੀਂ ਦੂਜੀ ਲਾਈਨ ਜਿਹਦੇ ਨਾਲ ਮੇਰੀ ਰਾਈਮਿੰਗ ਹੋਣੀ ਸੀ। The writer was sent to school, but his sufferings were unusually greater than most of the other children. ਰਾਈਟਰ ਨੂੰ ਸਕੂਲ ਤਾਂ ਭੇਜਿਆ ਗਿਆ ਪਰ ਉਹਨੂੰ ਇੰਨਾ ਜ਼ਿਆਦਾ ਮਤਲਬ ਹੀ ਵਾਸ ਵੈਰੀ ਅਨਹੈਪੀ, ਬਾਕੀ ਬੱਚਿਆਂ ਨਾਲੋਂ ਉਹ ਜ਼ਿਆਦਾ ਅਨਹੈਪੀ ਸੀ, ਜ਼ਿਆਦਾ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਸੀ ਉੱਥੋਂ ਦੀਆਂ, ਮਤਲਬ ਉਹਨੂੰ ਲੱਗਦਾ ਸੀਗਾ ਜਿਵੇਂ ਇਹ ਤਾਂ ਸਫ਼ਰ ਕਰ ਰਿਹਾ ਮੈਂ ਜ਼ਿੰਦਗੀ ਵਿੱਚ ਇੱਥੇ ਸਕੂਲ ਵਿੱਚ ਆ ਕੇ। As a child, he hated going to the city school. ਉਹਨੂੰ ਸ਼ਹਿਰ ਦੇ ਸਕੂਲ ਵਿੱਚ ਜਾਣਾ ਪਸੰਦ ਨਹੀਂ ਸੀ। He found it suffocating and oppressive. ਉਹਨੂੰ ਲੱਗਦਾ ਕਿ ਜਿਵੇਂ ਉਹਦਾ ਦਮ ਘੁੱਟਦਾ ਹੈ ਉੱਥੇ। The school appeared like a prison to him, for he could never do what he felt like doing. ਉਹ ਸਕੂਲ ਜਿਹੜਾ ਸੀ ਉਹਨੂੰ ਇੱਕ ਜੇਲ੍ਹ ਦੀ ਤਰ੍ਹਾਂ ਲੱਗਦਾ ਸੀ, ਉਹਨੂੰ ਲੱਗਦਾ ਸੀਗਾ ਜਿਵੇਂ ਉਹਦਾ ਉੱਥੇ ਦਮ ਘੁੱਟਦਾ ਹੈ, ਕਿਉਂਕਿ ਜੋ ਉਹ ਕਰਨਾ ਚਾਹੁੰਦਾ ਸੀ ਉਹ ਉੱਥੇ ਕਰ ਨਹੀਂ ਪਾ ਰਿਹਾ ਸੀ। ਉਹਦੇ ਅੰਦਰ ਜਿਹੜੀ ਕ੍ਰੀਏਟੀਵਿਟੀ ਸੀ ਉਸ ਕ੍ਰੀਏਟੀਵਿਟੀ ਨੂੰ ਬਾਹਰ ਨਹੀਂ ਆਉਣ ਦੇ ਰਹੇ ਸੀ ਟੀਚਰਸ ਜਿਹੜੇ ਸੀ, ਉਹ ਸਿਰਫ ਕਿਸੇ ਸਿਲੇਬਸ ਦੇ ਉੱਤੇ ਹੀ ਸਟ੍ਰੈਸ ਕਰਦੇ ਸੀ, ਸਿਰਫ ਪੜ੍ਹਾਉਣ ਤੇ ਸਟ੍ਰੈਸ ਕਰਦੇ ਸੀ। ਹੀ ਹੈਡ ਦ ਗ੍ਰੇਟ ਥਰਸਟ ਫॉर ਕਲਰ, ਮਿਊਜ਼ਿਕ ਐਂਡ ਡਾਂਸ। ਪਰ ਉਹਦੇ ਅੰਦਰ ਕੀ ਸੀਗਾ, ਉਹਦੇ ਅੰਦਰ ਕ੍ਰੀਏਟੀਵਿਟੀ ਸੀ, ਉਹ ਮਿਊਜ਼ਿਕ ਉਹਨੂੰ ਪਸੰਦ ਸੀ, ਡਾਂਸ ਪਸੰਦ ਸੀ, ਉਹਨੂੰ ਕਲਰਸ ਪਸੰਦ ਸੀ। ਹੀ ਲੈਫਟ ਦਾ
ਸਕੂਲ ਵੈਨ ਹੀ ਐਂਟਰਡ ਹਿਸ ਟੀਨਸ, ਜਦੋਂ ਉਹ ਆਪਣੇ ਟੀਨਸ ਵਿੱਚ ਆਇਆ, ਵਿਚ ਮੀਨਸ ਕਿ ਲਾਈਕ ਟੀਨਸ ਸ਼ੁਰੂ ਹੋ ਜਾਂਦੀ ਹੈ 13 ਤੋਂ ਲੈ ਕੇ 19 ਤੱਕ। ਜਦੋਂ ਉਹ ਆਪਣੇ ਟੀਨਸ ਵਿੱਚ ਸੀਗਾ 13 to 19 ਦੇ ਵਿੱਚ ਤਾਂ ਉਹਨੇ ਸਕੂਲ ਛੱਡ ਦਿੱਤਾ। ਹੀ ਸਟਾਰਟਡ ਹਿਸ ਐਜੂਕੇਸ਼ਨ ਔਨ ਹਿਸ ਓਨ, ਤੇ ਫਿਰ ਉਹਨੇ ਆਪਣੀ ਐਜੂਕੇਸ਼ਨ ਆਪਣੇ ਆਪ ਹੀ ਲੈਣੀ ਸ਼ੁਰੂ ਕੀਤੀ ਆਪਣੇ ਹਿਸਾਬ ਨਾਲ। When the writer was young, he read a Bengali translation of Robinson Crusoe. ਜਦੋਂ ਰਾਈਟਰ ਯੰਗ ਹੁੰਦਾ ਸੀਗਾ ਉਸ ਟਾਈਮ ਤੇ ਉਹਨੇ ਇੱਕ ਨੋਵਲ ਆਇਆ ਸੀ ਰੋਬਿਨਸਨ ਕਰੂਸੋ ਡੇਨੀਅਲ ਡਿਫੋਏ ਦਾ। ਉਸ ਟਾਈਮ ਨਹੀਂ, ਪਹਿਲਾਂ ਦਾ ਆਇਆ ਹੋਇਆ ਵੈਸੇ ਤਾਂ ਇਹ ਨੋਵਲ ਜਿਹੜਾ ਸੀ ਇਹ ਡੇਨੀਅਲ ਡਿਫੋਏ ਨੇ ਲਿਖਿਆ ਸੀ, ਇੱਕ ਰਾਈਟਰ ਸੀ, ਉਹਨੇ ਲਿਖਿਆ ਸੀ ਨੋਵਲ ਰੋਬਿਨਸਨ ਕਰੂਸੋ। ਤਾਂ ਉਹਨੂੰ ਬੰਗਾਲੀ ਵਿੱਚ ਟਰਾਂਸਲੇਟ ਕੀਤਾ ਹੋਇਆ ਸੀ, ਤੇ ਉਹ ਬੁੱਕ ਜਿਹੜੀ ਬੰਗਾਲੀ ਵਿੱਚ ਟਰਾਂਸਲੇਟ ਹੋਈ ਸੀ ਉਹ ਰਾਈਟਰ ਨੂੰ ਕਿਤੇ ਮੌਕਾ ਮਿਲਿਆ ਤੇ ਉਹਨੇ ਉਹ ਬੁੱਕ ਪੜ੍ਹੀ। He feels it to be the best book for boys that has ever been written. ਉਹਨੂੰ ਲੱਗਦਾ ਸੀਗਾ ਕਿ ਇਹ ਤਾਂ ਮਤਲਬ ਬॉयਜ਼ ਨੂੰ ਹਮੇਸ਼ਾ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹ ਬੈਸਟ ਬੁੱਕ ਹੈ। ਅੱਜ ਤੱਕ ਜਿੰਨੀਆਂ ਵੀ ਕਿਸੇ ਲੜਕਿਆਂ ਵਾਸਤੇ ਲਿਖੀਆਂ ਹੋਈਆਂ ਬੁੱਕਸ ਹੈ ਉਹਨਾਂ ਵਿੱਚੋਂ ਇਹ ਬੈਸਟ ਬੁੱਕ ਹੈ। When young, he had a strong desire to run away from the mechanized life and be one with nature. ਉਸ ਟਾਈਮ ਤੇ ਉਹਦੇ ਅੰਦਰ ਇੱਕ ਸਟਰੋਂਗ ਡਿਜ਼ਾਇਰ ਸੀ ਕਿ ਮੈਂ ਬਸ ਇਸ ਮਾਡਰਨ ਮਸ਼ੀਨੀ ਦੁਨੀਆ ਤੋਂ ਭੱਜ ਜਾਵਾਂ ਤੇ ਕੁਦਰਤ ਨਾਲ ਇੱਕਮਿਕ ਹੋ ਜਾਵਾਂ। ਤਾਂ ਉਹਨੂੰ ਇਹ ਬੰਗਾਲੀ ਟਰਾਂਸਲੇਸ਼ਨ ਜਿਹੜੀ ਸੀਗੀ ਬੁੱਕ ਰੋਬਿਨਸਨ ਕਰੂਸੋ ਦੀ ਬਹੁਤ ਪਸੰਦ ਆਈ। ਐਕਚੁਅਲੀ ਕੀ ਸੀਗਾ, ਇਹ ਨੋਵਲ ਬਾਰੇ ਮੈਂ ਥੋੜੀ ਜਿਹੀ ਮਤਲਬ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗੀ। ਰੋਬਿਨਸਨ ਕਰੂਸੋ ਜਿਹੜਾ ਡੇਨੀਅਲ ਡਿਫੋਏ ਨੇ ਲਿਖਿਆ ਸੀਗਾ, ਇਸ ਨੋਵਲ ਦੇ ਵਿੱਚ ਇੱਕ ਕੈਰੈਕਟਰ ਹੈ ਜਦੋਂ ਸ਼ਿਪ ਰੈਕ ਹੋ ਜਾਂਦਾ ਹੈ, ਇੱਕ ਸਮੁੰਦਰੀ ਜਹਾਜ਼ ਦੀ ਦੁਰਘਟਨਾ ਹੋ ਜਾਂਦੀ ਹੈ, ਕੁਝ ਸਮਥਿੰਗ ਐਵੇਂ ਦਾ ਕੁਝ ਹੁੰਦਾ ਹੈ, ਦੁਰਘਟਨਾ ਹੋ ਜਾਂਦੀ ਹੈ ਜਾਂ ਕੋਈ ਮਤਲਬ ਐਵੇਂ ਦੀ ਕੋਈ ਇਨਸੀਡੈਂਟ ਹੁੰਦਾ ਹੈ ਸਮੁੰਦਰ ਦੇ ਵਿੱਚ, ਜਿੱਥੇ ਕੀ ਹੁੰਦਾ ਵੀ ਉਹ ਕੱਲਾ ਇੱਕ ਆਈਲੈਂਡ ਦੇ ਉੱਤੇ ਫਸ ਜਾਂਦਾ ਹੈ ਤੇ ਉਸ ਆਈਲੈਂਡ ਤੇ ਮਤਲਬ ਉਹਨੂੰ ਕੋਈ 28 ਸਾਲ 28 ਇਅਰਸ ਉਹ ਉਸ ਆਈਲੈਂਡ ਤੇ ਰਹਿੰਦਾ ਹੈ। ਤੇ ਜਦੋਂ ਮਤਲਬ ਉਹ ਵਾਪਸ ਨਹੀਂ ਆ ਪਾਉਂਦਾ ਕਿਉਂਕਿ ਦੂਰ ਦੂਰ ਤੱਕ ਕਦੀ ਉਹਨੂੰ ਕੋਈ ਇਨਸਾਨ ਦਿਖਿਆ ਨਹੀਂ ਹੁੰਦਾ। ਹੁਣ ਉਹ ਕੀ ਕਰਦਾ ਹੈ, ਆਪਣੇ ਆਪ ਹੀ ਨੇਚਰ ਦੇ ਜਿਵੇਂ ਉਹਨੇ ਫਰੂਟਸ ਖਾ ਲਏ, ਕੁਝ ਮਤਲਬ ਉੱਥੇ ਉੱਗਿਆ ਹੋਇਆ ਹੈ, ਕੋਈ ਲੀਵਸ ਖਾ ਲਏ, ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਹੀ ਗੁਜ਼ਾਰ ਰਿਹਾ ਹੈ। ਇਸ ਤੋਂ ਇਲਾਵਾ ਉਹਨੇ ਕਈ ਚੀਜ਼ਾਂ ਉਹਨੇ ਵੁੱਡ ਤੋਂ ਬਣਾਈਆਂ, ਲਾਈਕ ਉਹ ਇੱਕ ਬੋਟ ਬਣਾਉਂਦਾ ਹੈ ਤੇ ਫਿਰ ਉਹ ਬੋਟ ਦੀ ਮਤਲਬ ਉਹਨੂੰ ਹੁੰਦਾ ਹੈ ਕਿ ਉਸ ਬੋਟ ਦੇ ਨਾਲ ਮਤਲਬ ਮੈਂ ਇੱਥੋਂ ਚਲਾ ਜਾਊਂਗਾ, ਹੌਲੀ ਹੌਲੀ ਉਹ ਬੋਟ ਵੀ ਬਣਾ ਲੈਂਦਾ ਉੱਥੇ ਰਹਿ ਕੇ। ਸੋ 28 ਇਅਰਸ ਉਸ ਨੇਚਰ ਦੇ ਕਲੋਜ਼ ਰਹਿ ਕੇ ਉਹ ਬਹੁਤ ਕੁਝ ਸਿੱਖਦਾ ਹੈ, ਉਹਦੇ ਬਾਰੇ 'ਚ ਸਟੋਰੀ ਹੈ। ਸੋ ਰਾਈਟਰ ਕਹਿੰਦਾ ਹੈ ਕਿ ਉਹ ਜਿਹੜੀ ਰੋਬਿਨਸਨ ਕਰੂਸੋ ਦੀ ਸਟੋਰੀ ਹੈ ਨਾ, ਉਹ ਬਹੁਤ ਜ਼ਿਆਦਾ ਵਧੀਆ ਨੋਵਲ ਹੈ ਤੇ ਬॉयਜ਼ ਨੂੰ ਉਹ ਨੋਵਲ ਪੱਕਾ ਪੜ੍ਹਨਾ ਚਾਹੀਦਾ ਹੈ। In Robinson Crusoe, solitary man is face to face with the solitary nature, coaxing her, cooperating with her and exploring her secrets. Robinson Crusoe ਵਿੱਚ ਕੀ ਸੀਗਾ, ਇਕੱਲਾ ਬੰਦਾ ਸੀ ਤੇ ਪੂਰੀ ਨੇਚਰ ਉਹਦੇ ਸਾਹਮਣੇ ਖੜੀ ਸੀ। ਉਹ ਉਹਨੂੰ ਸਮਝਦਾ, ਉਹਦੇ ਨਾਲ ਕੋਆਪਰੇਟ ਕਰਦਾ ਤੇ ਉਹਦੇ ਜਿੰਨੇ ਸੀਕ੍ਰੇਟ ਸੀਗੇ, ਇੰਨੀ ਸਾਲ ਉਹ ਉੱਥੇ ਰਿਹਾ ਤੇ ਉਹਦੇ ਸੀਕ੍ਰੇਟਸ ਨੂੰ ਉਹਨੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ। The writer himself was doing the same during his railway journey across Europe from Brindisi to Calais. ਕਹਿੰਦਾ ਕਿ ਜਦੋਂ ਯੂਰਪ ਇੱਕ ਟ੍ਰਿਪ ਤੇ ਗਿਆ ਰਾਈਟਰ, ਤਾਂ ਰੇਲਵੇ ਜਰਨੀ ਉਹ ਟ੍ਰੇਨ ਤੇ ਉਹਨੇ ਸਫ਼ਰ ਕੀਤਾ, ਬ੍ਰਿੰਡੋਜ਼ੀ ਤੋਂ ਕੇਲੇ ਤੱਕ ਗਿਆ। ਤਾਂ ਉਸ ਟਾਈਮ ਤੇ ਕਹਿੰਦਾ ਕਿ ਉਹਨੂੰ ਨੇਚਰ, ਬਿਊਟੀਜ਼ ਆਫ ਨੇਚਰ ਉਹਨੇ ਦੇਖੀਆਂ ਤੇ ਉਹਦੀ ਇੱਕ ਡਿਲਾਈਟਫੁਲ ਜਰਨੀ ਸੀਗੀ ਤੇ ਉਹਨੂੰ ਮਤਲਬ ਓਨਾ ਹੀ ਡਿਲਾਈਟਫੁਲ ਲੱਗ ਰਿਹਾ ਸੀ ਜਿੰਨਾ ਉਹ ਸੋਚਦਾ ਹੈ ਕਿ ਰੋਬਿਨਸਨ ਕਰੂਸੋ ਨੂੰ ਨੇਚਰ ਦੇ ਕਲੋਜ਼ ਰਹਿ ਕੇ ਲੱਗਿਆ ਹੋਊਗਾ। Robinson Crusoe's island is the perfect union of man and nature. Robinson Crusoe ਦਾ ਜਿਹੜਾ ਆਈਲੈਂਡ ਸੀ ਨਾ ਜਿੱਥੇ ਉਹ ਫਸ ਗਿਆ ਸੀ, ਉੱਥੇ ਇੱਕ ਪਰਫੈਕਟ ਮਤਲਬ ਆਪਾਂ ਕਹਿ ਸਕਦੇ ਹਾਂ ਯੂਨੀਅਨ, ਮਿਲਾਪ ਹੋ ਗਿਆ ਸੀ ਇੱਕ ਬੰਦੇ ਦਾ ਨੇਚਰ ਦੇ ਨਾਲ। ਹੁਣ ਆਪਾਂ ਸਮ ਅਪ ਕਰਦੇ ਹਾਂ ਇਸ ਐਸੇ ਨੂੰ। The writer feels that the primary object of an institution should be to stress on the development of creativity among children. Writer ਕੀ ਕਹਿੰਦਾ ਹੈ ਕਿ ਕਿਸੇ ਵੀ ਸਕੂਲ ਦਾ
ਸਭ ਤੋਂ ਵੱਡਾ ਏਮ ਹੋਣਾ ਚਾਹੀਦਾ ਹੈ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਨੂੰ ਡਿਵੈਲਪ ਕਰਨਾ। ਐਜੂਕੇਸ਼ਨ ਗੈਟ ਇਟਸ ਮੀਨਿੰਗ ਓਨਲੀ ਇਨ ਦ ਪ੍ਰੈਜ਼ੈਂਸ ਆਫ ਫਰੀडम। ਬੱਚਿਆਂ ਨੂੰ ਫਰੀडम ਮਿਲਣਾ ਚਾਹੀਦਾ ਹੈ, ਕਿਉਂਕਿ ਐਜੂਕੇਸ਼ਨ ਦਾ ਮਤਲਬ ਹੀ ਉਦੋਂ ਰਹਿ ਜਾਂਦਾ ਹੈ ਜਦੋਂ ਇਨਸਾਨ ਨੂੰ ਫਰੀडम ਹੋਵੇ, ਕੁਝ ਵੀ ਕਰਕੇ ਆਪ ਕਰੇ ਬੱਚਾ ਤੇ ਆਪ ਸਿੱਖੇ। Children should live close to nature and should be free to love it। ਬੱਚੇ ਨੇਚਰ ਦੇ ਕਲੋਜ਼ ਰਹਿਣ ਤੇ ਉੱਥੋਂ ਹੀ ਕੁਝ ਸਿੱਖਣ ਤੇ ਨਾਲ ਹੀ ਉਹਨੂੰ ਪੂਰਾ ਪਿਆਰ ਦੇਣ ਨੇਚਰ ਨੂੰ। This prevents them from being selfish। ਜਦੋਂ ਉਹ ਨੇਚਰ ਦੇ ਕਲੋਜ਼ ਰਹਿਣਗੇ ਤਾਂ ਬੱਚੇ ਕਦੀ ਸੈਲਫਿਸ਼ ਨਹੀਂ ਹੋਣਗੇ, ਕਦੀ ਸੈਲਫ ਸੈਂਟਰਡ ਨਹੀਂ ਹੋਣਗੇ, ਸਿਰਫ ਆਪਣੇ ਬਾਰੇ ਵਿੱਚ ਨਹੀਂ ਸੋਚਣਗੇ ਐਂਡ ਮਟੀਰੀਅਲਿਸਟਿਕ ਤਾਂ ਦੁਨਿਆਵੀ ਚੀਜ਼ਾਂ ਦੇ ਵਿੱਚ ਨਹੀਂ ਫਸਣਗੇ। The writer wanted that children should study literature। ਰਾਈਟਰ ਚਾਹੁੰਦਾ ਸੀ ਬੱਚੇ ਲਿਟਰੇਚਰ ਪੜ੍ਹਨ, ਕਿਉਂਕਿ ਲਿਟਰੇਚਰ ਜਿਹੜਾ ਹੈ ਉਹਦੇ ਵਿੱਚ ਫੀਲਿੰਗਸ ਹੈ, ਉਹਦੇ ਵਿੱਚ ਇਮੋਸ਼ਨਸ ਹੈ, ਉਹਦੇ ਵਿੱਚ ਅਸੀਂ ਮਤਲਬ ਇਨਸਾਨ ਦੀਆਂ ਬਹੁਤ ਸਾਰੇ ਇਮੋਸ਼ਨਸ ਨੂੰ ਸਮਝਦੇ ਹਾਂ ਤੇ ਅਸੀਂ ਉਹਦੇ ਕੈਰੈਕਟਰ ਬਾਰੇ ਜਾਣਦੇ ਹਾਂ। ਐਂਡ ਹੈਵ ਰਿਲੀਜੀਅਸ ਟੀਚਿੰਗਸ। ਰਾਈਟਰ ਦਾ ਇਹ ਮਨ ਸੀ ਕਿ ਬੱਚਿਆਂ ਨੂੰ ਧਾਰਮਿਕ ਐਜੂਕੇਸ਼ਨ ਵੀ ਟੀਚਿੰਗਸ ਵੀ ਸਿਖਾਈਆਂ ਜਾਣ, ਦਿੱਤੀਆਂ ਜਾਣ, ਕਿਉਂਕਿ ਵਿਚ ਕੈਨ ਇੰਜੋਇਨ them ਟੂ ਦ ਵਰਲਡ ਥਰੂ ਦੇਅਰ ਸੋਲਸ। ਕਿਉਂਕਿ ਜਦੋਂ ਉਹ ਰਿਲੀਜੀਅਸ ਟੀਚਿੰਗਸ ਉਹਨਾਂ ਨੂੰ ਮਿਲਣਗੀਆਂ ਤਾਂ ਉਹ ਦੁਨੀਆ ਨਾਲ ਆਪਣੀ ਆਤਮਾ ਦੇ ਥਰੂ ਕਨੈਕਟ ਹੋਣਗੇ। ਉੱਤੋਂ ਨਹੀਂ, ਬਲਕਿ ਉਹਨਾਂ ਦੀ ਆਤਮਾ ਦੁਨੀਆ ਨਾਲ ਜੁੜੂਗੀ, ਕਿਉਂਕਿ ਉਹਨਾਂ ਨੂੰ ਇਸ ਗੱਲ ਨੂੰ ਸਮਝਣਗੇ ਕਿ ਜਿਹੜੀ ਆਤਮਾ ਉਹਨਾਂ ਦੇ ਅੰਦਰ ਹੈ ਉਹੀ ਆਤਮਾ ਦੁਨੀਆ ਦੀ ਹਰੇਕ ਚੀਜ਼ ਦੇ ਅੰਦਰ ਹੈ। Living close to nature is the first step to make education meaningful। ਨੇਚਰ ਦੇ ਕਲੋਜ਼ ਰਹਿ ਕੇ ਤੁਸੀਂ ਐਜੂਕੇਸ਼ਨ ਦਾ ਅਸਲੀ ਮੀਨਿੰਗ ਸਮਝਦੇ ਹੋ। Education is an all-around development of an individual in harmony with the universe। Education ਤੁਹਾਡੀ ਪੂਰੀ ਤਰ੍ਹਾਂ ਨਾਲ ਡਿਵੈਲਪਮੈਂਟ ਕਰਦੀ ਹੈ ਇਨਸਾਨ ਦੀ ਇਨ ਹਾਰਮਨੀ ਵਿਦ ਦ ਯੂਨੀਵਰਸ। ਆਪਣੇ ਯੂਨੀਵਰਸ ਨੂੰ ਵੀ ਇਨਸਾਨ ਫਿਰ ਸਮਝ ਪਾਉਂਦਾ ਹੈ। ਐਂਡ ਨੇਚਰ ਇਜ਼ ਅ ਗ੍ਰੇਟ ਟੀਚਰ। ਤੇ ਰਾਈਟਰ ਇਹਦੇ ਵਿੱਚ ਇਹ ਦੱਸਣਾ ਚਾਹੁੰਦਾ ਹੈ ਕਿ ਸਭ ਤੋਂ ਵੱਡੀ ਟੀਚਰ ਕੌਣ ਹੈ? ਦੈਟ ਇਜ਼ ਨੇਚਰ। That is all for today, and please like and subscribe my channel. That's okay, thanks.